प्यारे कर्मचारी ते पेंशन साथियों, जय हिंद, नमस्कार, सत श्री अकाल। मैं हाँ तुहाडा अपना जानिया पहचाना डॉक्टर एन के कलसी। अज असीं गल करांगे COCP नंबर 3526/2024 विच मिति 23/9/2024 ਨੂੰ ਮਾਨਯੋਗ ਹਾਈ ਕੋਰਟ ਵੱਲੋਂ ਕੀਤੇ ਗਏ ਹੁਕਮਾਂ ਬਾਰੇ ਅਤੇ ਇਸ ਸੰਬੰਧ ਵਿੱਚ 22/10/2024 ਨੂੰ ਕੋਰਟ ਦੇ ਵਿੱਚ ਕੀ ਕਾਰਵਾਈ ਹੋਈ ਉਸ ਦੇ ਬਾਰੇ ਗੱਲ ਕਰਾਂਗੇ। ਇਸ ਕੇਸ ਦਾ ਸੰਬੰਧ 1/16 ਤੋਂ 30/6/2021 ਤੱਕ ਦੇ ਬਕਾਏ ਨਾਲ ਹੈ। ਮਿਤੀ 23/9/24 ਨੂੰ DAG ਵੱਲੋਂ ਨੋਟਿਸ ਰਿਸੀਵ ਕੀਤਾ ਗਿਆ ਸੀ ਅਤੇ 3 ਹਫ਼ਤੇ ਦੇ ਅੰਦਰ ਅੰਦਰ ਕੰਪਲਾਈਂਸ ਰਿਪੋਰਟ ਪੇਸ਼ ਕਰਨ ਲਈ ਸਮਾਂ ਮੰਗਿਆ ਗਿਆ ਸੀ। ਮਾਨਯੋਗ ਕੋਰਟ ਵੱਲੋਂ ਅਗਲੀ ਮਿਤੀ 22/10/2024 ਨਿਸ਼ਚਿਤ ਕਰਦੇ ਹੋਏ ਇਹ ਹੁਕਮ ਕੀਤੇ ਗਏ ਸਨ ਕਿ ਜੇਕਰ ਨਿਸ਼ਚਿਤ ਸਮੇਂ ਦੇ ਅੰਦਰ ਅੰਦਰ ਹੁਣ ਵੀ ਕੰਪਲਾਈਂਸ ਰਿਪੋਰਟ ਪੇਸ਼ ਨਾ ਕੀਤੀ ਗਈ ਤਾਂ ਸੰਬੰਧਿਤ ਅਫਸਰ ਨੂੰ 50,000 ਰੁਪਏ ਕਾਸਟ ਆਪਣੀ ਜੇਬ ਵਿੱਚੋਂ ਭਰਨੀ ਪਵੇਗੀ। ਇਹ ਕੇਸ ਹੁਣ 22/10/2024 ਨੂੰ ਅਰਜੈਂਟ ਕੇਸਾਂ ਦੀ ਲਿਸਟ ਵਿੱਚ ਲੱਗਿਆ ਸੀ। ਇਸ ਮਿਤੀ ਨੂੰ ਐਡਵੋਕੇਟ ਜਨਰਲ ਵੱਲੋਂ ਅਜੋਏ ਕੁਮਾਰ ਸਿਨਹਾ ਪ੍ਰਮੁੱਖ ਸਕੱਤਰ ਵਿੱਤ ਵੱਲੋਂ ਮਿਤੀ 21/10/2024 ਨੂੰ ਇੱਕ ਐਫੀਡੇਵਿਟ ਦਿੱਤਾ ਗਿਆ ਸੀ। ਉਸ ਦੀ ਕਾਪੀ ਪੇਸ਼ ਕੀਤੀ ਗਈ ਜਿਸ ਦੇ ਨਾਲ 1/16 ਤੋਂ 30/21 ਤੱਕ ਦੇ ਤਨਖਾਹ ਤੇ ਪੈਨਸ਼ਨ ਦੇ ਬਕਾਏ ਦੇਣ ਬਾਰੇ ਅਤੇ 1/7/21 ਤੋਂ 31/3/2024 ਤੱਕ ਦਾ DA ਤੇ DR ਦਾ ਏਰੀਅਰ ਦੇਣ ਬਾਰੇ ਗਠਿਤ ਕੀਤੀ ਗਈ ਕੈਬਨਿਟ ਸਬ ਕਮੇਟੀ ਵੱਲੋਂ ਮਿਤੀ 30/9/2024 ਨੂੰ ਕੀਤੀ ਗਈ ਮੀਟਿੰਗ ਦੀ ਕਾਰਵਾਈ ਵੀ ਨੱਥੀ ਕੀਤੀ ਗਈ ਸੀ। ਇਹ ਐਫੀਡੇਵਿਟ COCP ਨੰਬਰ 3526/2024 ਜੋ ਕਿ ਸਿਵਲ CWP 20537/2023 ਦੇ ਵਿੱਚ 20/9/2023 ਨੂੰ ਕੀਤੇ ਗਏ ਹੁਕਮਾਂ ਦੀ ਉਲੰਘਣਾ ਦੇ ਰੂਪ ਦੇ ਵਿੱਚ ਇਹ ਹੋਇਆ ਸੀ। ਮਾਨਯੋਗ ਹਾਈ ਕੋਰਟ ਵੱਲੋਂ ਸਿਵਲ ਰਿਟ ਪਟੀਸ਼ਨ ਨੰਬਰ 20537/2023 ਵਿੱਚ 20/9/2023 ਨੂੰ ਪੈਨਸ਼ਨਾਂ ਨੂੰ 1/16 ਤੋਂ 30/6/21 ਤੱਕ ਦਾ ਪੈਨਸ਼ਨ ਦਾ ਏਰੀਅਰ ਦੇਣ ਬਾਰੇ ਇਹ ਹੁਕਮ ਕੀਤੇ ਗਏ ਸਨ ਕਿ ਸਰਕਾਰ ਨੂੰ ਆਪਣਾ ਫੈਸਲਾ ਲੈਣ ਬਾਰੇ ਲੰਬੇ ਸਮੇਂ ਤੱਕ ਆਪਣੇ ਫੈਸਲੇ ਉੱਪਰ ਬੈਠੇ ਰਹਿਣਾ ਨਹੀਂ ਚਾਹੀਦਾ ਅਤੇ 3 ਮਹੀਨੇ ਦੇ ਅੰਦਰ ਅੰਦਰ ਇੱਧਰ ਜਾਂ ਉੱਧਰ ਦਾ ਫੈਸਲਾ ਲੈਣ ਲਈ ਆਦੇਸ਼ ਦਿੱਤੇ ਗਏ। ਇਹ ਵੀ ਕਿਹਾ ਗਿਆ ਕਿ ਜੇਕਰ ਸਰਕਾਰ ਵੱਲੋਂ ਇਹ ਏਰੀਅਰ ਦੇਣਾ ਹੈ ਤਾਂ ਕਿਵੇਂ ਤੇ ਕਿਸ ਤਰ੍ਹਾਂ ਇਸ ਦੀ ਅਦਾਇਗੀ ਕੀਤੀ ਜਾਣੀ ਹੈ ਬਾਰੇ ਵੀ ਸਪਸ਼ਟ ਕੀਤਾ ਜਾਵੇ, ਕਿਉਂਕਿ ਇਹ ਸਾਰੇ ਪੈਨਸ਼ਨਰ 올ਡ ਏਜ ਦੇ ਪੈਨਸ਼ਨਰ ਹਨ। ਇਸ ਸੰਬੰਧ ਵਿੱਚ ਐਡਵੋਕੇਟ ਸਨੀ ਸਿੰਗਲਾ ਵੱਲੋਂ 27/9/2023 ਨੂੰ ਇਸ ਸੰਬੰਧ ਵਿੱਚ ਲੋੜੀਂਦੇ ਹੁਕਮ ਜਾਰੀ ਕਰਨ ਬਾਰੇ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਗਿਆ ਸੀ, ਜਿਸ ਦੇ ਜਵਾਬ ਵਿੱਚ ਪੰਜਾਬ ਸਰਕਾਰ ਵੱਲੋਂ 26/12/2023 ਨੂੰ ਸਪੀਕਿੰਗ ਆਰਡਰ ਪਾਸ ਕਰਕੇ ਇਹ ਕਿਹਾ ਗਿਆ ਸੀ ਕਿ 1/16 ਤੋਂ 30/6/2021 ਤੱਕ ਦਾ ਏਰੀਅਰ ਦੇਣ ਬਾਰੇ ਸਰਕਾਰ ਦੇ ਐਕਟਿਵ ਕੰਸੀਡਰੇਸ਼ਨ ਅਧੀਨ ਹੈ ਅਤੇ ਇਸ ਸੰਬੰਧ ਵਿੱਚ ਸਟੇਟ ਦੇ ਫਾਈਨੈਂਸ਼ੀਅਲ ਅਤੇ ਐਡਮਿਨਿਸਟ੍ਰੇਟਿਵ ਪੈਰਾਮੀਟਰ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਐਫੀਡੇਵਿਟ ਵਿੱਚ ਇਹ ਵੀ ਲਿਖਿਆ ਗਿਆ ਹੈ
कि सरकार वालों ये एरियर देने बारे कैबिनेट विच फैसला करके मिति 19/8/2024 ਨੂੰ कैबिनेट सब कमेटी का गठन किया गया सी ਅਤੇ ਇਹ कैबिनेट सब कमेटी डिटेल विच एग्जामिन करके अपनी रिपोर्ट कैबिनेट ਨੂੰ पेश करेगी ਅਤੇ ਉਸ ਤੋਂ ਬਾਅਦ ਇਸ ਸੰਬੰਧ ਵਿੱਚ ਜਲਦੀ फैसला लिया जाएगा। इस एफिडेविट ਵਿੱਚ इस सब कमेटी ਦੀ 30/9/2024 ਨੂੰ पहली मीटिंग हुई सी जिस की कार्रवाई एफिडेविट के नाल नत्थी की गई है। कैबिनेट सब कमेटी की रिपोर्ट विच पेंडिंग लाइबिलिटी बारे जो वेरवा दिता गया है वो इस तरह है कि सोधी लीव इनकैशमेंट 345 करोड़ रुपए, रिवाइड पे का एरियर एक 16 तो 30/21 ਦੇ ਕਹਿੰਦਾ 5588 करोड़ रुपये, एरियर ऑफ रिवाइड पेंशन ऑफ पेंशनर्स एक 16 तो 30/21 ਦਾ 7256 करोड़ रुपये, एरियर ऑफ पे एंड पेंशन ऑफ रिविजन UGC स्केलों के विच एक 16 तो 30/9/2022 तक का 900 करोड़ रुपये। इस तरह टोटल 14,099 करोड़ रुपये। इस तो इलावा एरियर ऑफ DA/DR ऑफ गवर्नमेंट इंपलाइज एंड पेंशनर 1/7/21 तो 31/3/24 तक 4139 करोड़ रुपये। इस तरह टोटल इन्होंने बनाया 18,228 करोड़ रुपये। इस संबंध में मैं कर्मचारियों ते पेंशनर नूं ये दसना चाहता कि ये बकाए देने बारे कांग्रेस सरकार वालों अपने 2021-22 के बजट में पेश करते समय कुल बकाया 13,759 करोड़ रुपये दसिया गया सी, जिस 5588 करोड़ रुपये इंपलाई का एरियर, 7256 करोड़ रुपये पेंशनर का एरियर, 345 करोड़ रुपये लीव इनकैशमेंट का एरियर, 570 करोड़ रुपये ग्रेजुटी का एरियर, जो कि उन्होंने वालों 2021-22 के बजट में प्रवान भी किया गया सी। इस तो इलावा साल 2016 नाल संबंधित 2 किस्तों का बकाया बाबत 2572 करोड़ रुपये देने बारे भी इस बजट में प्रोविजन की गई सी। ये भी दसना चाहता कि ये पेंशन का जिहड़ा एरियर 7256 करोड़ रुपये प्रवान किया गया है, ये 2.59 फैक्टर नाल तैयार किया गया सी, पर 2.59 दा फैक्टर अज तक लागू नहीं किया गया। इसलिए मौजूदा सरकार नूं चाहिए है कि जद उन्हां वल्लों अपने एफिडेविट विच मन्निया गया है कि पेंशनर नूं 7256 करोड़ रुपये का बकाया अदा करना बनता है, तो यह बकाया देने तो पहला 2.59 फैक्टर नाल पेंशनां भी फिक्स कीतियां जाण ते उन्हां दे हुकम जारी किए जाण। ਵਿੱਤ विभाग वालों भी मुख मंत्री नूं 16/5/2023 नूं एक एक्शन टेकन रिपोर्ट स्टेटस रिपोर्ट पेश की गई सी। इस दे विच भी जिहड़ा बकाया है वो इंपलाई का 5588 करोड़, पेंशनर का 7256 करोड़, कुल 12,844 करोड़ ते 345 करोड़ लीव इनकैशमेंट का दर्शाया गया सी। इस तो इलावा सरकार के ध्यान में यह भी लिया जाता है कि DA/DR का जिहड़ा बकाया है 16 तो 30/9/2024 तक पेंडिंग जिहड़ा किस्तां दा बकाया रहिंदा वो 242 महीने का बनता है, पर उन्होंने वालों इस बकाए का पीरियड केवल 1/7/21 तो 31/3/24 तक का विखाया गया है, जो कि ठीक नहीं जाता। कैबिनेट सब कमेटी वालों मीटिंग में यह फैसला लिया गया कि ਵਿੱਤ विभाग वालों पहले फेज में लिक्विडेशन प्लान तैयार की जाए, जिस में पहला लीव इनकैशमेंट,
ਤਨਖਾਹ ਤੇ ਪੈਨਸ਼ਨ ਦਾ ਬਕਾਇਆ ਤੇ UGC ਸਕੇਲਾਂ ਦਾ ਬਕਾਇਆ ਬਾਬਤ 14,099 ਕਰੋੜ ਰੁਪਈਆ ਦੀ ਅਦਾਇਗੀ ਬਾਰੇ ਵਿਚਾਰ ਕੀਤਾ ਜਾਵੇ ਅਤੇ ਦੂਜੇ ਫੇਜ਼ ਵਿੱਚ 1/7/21 ਤੋਂ 31/3/24 ਤੱਕ ਦਾ DA ਤੇ DR ਬਾਬਤ 4,139 ਕਰੋੜ ਰੁਪਇਆ ਦੇਣ ਬਾਰੇ ਵਿਚਾਰ ਕੀਤਾ ਜਾਵੇ। ਇਸ ਵਿੱਚ 75 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਵੀ ਪਹਿਲ ਦਿੱਤੀ ਜਾਵੇ। ਇਹ ਸਾਰੀ ਰਿਪੋਰਟ ਅਗਲੀ ਮੀਟਿੰਗ ਵਿੱਚ ਪੇਸ਼ ਕੀਤੀ ਜਾਵੇ। ਇਸ ਐਫੀਡੇਵਿਟ ਦੇ ਅੰਤ ਵਿੱਚ ਮਾਨਯੋਗ ਹਾਈ ਕੋਰਟ ਦੇ ਨਿਰਦੇਸ਼ਾਂ ਨੂੰ ਸਹੀ ਢੰਗ ਨਾਲ ਮੰਨਣ ਦਾ ਵਚਨ ਵੀ ਪ੍ਰਮੁੱਖ ਸਕੱਤਰ ਵਿੱਤ ਜੀ ਵੱਲੋਂ ਕੀਤਾ ਗਿਆ। 22/10/2024 ਦੀ ਇਸ ਕੋਰਟ ਦੀ ਕਾਰਵਾਈ ਵਿੱਚ ਪ੍ਰਮੁੱਖ ਸਕੱਤਰ ਵਿੱਤ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਕੋਰਟ ਦੀ ਕਾਰਵਾਈ ਵਿੱਚ ਭਾਗ ਲਿਆ ਗਿਆ। ਪ੍ਰਮੁੱਖ ਸਕੱਤਰ ਵਿੱਤ ਵੱਲੋਂ ਉਕਤ ਏਰੀਅਰ ਦੀ ਅਦਾਇਗੀ ਬਾਰੇ ਜੋ ਸ਼ਡਿਊਲ ਪੇਸ਼ ਕੀਤਾ ਗਿਆ ਉਹ ਬੜਾ ਹੈਰਾਨਗੀਜਨਕ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਬਕਾਏ ਦੀ ਅਦਾਇਗੀ 10 ਛਮਾਹੀ ਕਿਸ਼ਤਾਂ ਵਿੱਚ ਭਾਵ ਵਿੱਤੀ ਸਾਲ 2029-30 30-31 ਤੱਕ ਕੀਤੀ ਜਾਵੇਗੀ। ਮਾਨਯੋਗ ਹਾਈ ਕੋਰਟ ਵੱਲੋਂ ਇਸ ਨੂੰ ਬੜੀ ਗੰਭੀਰਤਾ ਨਾਲ ਲਿਆ ਗਿਆ ਅਤੇ ਇਹ ਕਿਹਾ ਗਿਆ ਕਿ ਇਸ ਤਰ੍ਹਾਂ 1/1/16 ਤੋਂ ਬਾਅਦ 2030-31 ਤੱਕ ਇਸ ਬਕਾਏ ਦੀ ਅਦਾਇਗੀ 15 ਸਾਲ ਤੱਕ ਚਲਦੀ ਰਹੇਗੀ। ਇਸ ਦੌਰਾਨ ਅਗਲਾ ਪੇ ਕਮਿਸ਼ਨ ਵੀ ਨੋਟੀਫਾਈ ਹੋ ਸਕਦਾ ਹੈ। ਇਸ ਲਈ ਸਰਕਾਰ ਦਾ ਇਹ ਸ਼ਡਿਊਲ ਅਨਜਸਟੀਫਾਈਡ ਤੇ ਅਨਰੀਜਨੇਬਲ ਹੈ ਅਤੇ ਇਸ ਨੂੰ ਕਿਸੇ ਵੀ ਤਰ੍ਹਾਂ ਮੰਨਿਆ ਨਹੀਂ ਜਾ ਸਕਦਾ। ਮਾਨਯੋਗ ਹਾਈ ਕੋਰਟ ਦੇ ਇਹਨਾਂ ਸਖਤ ਨਿਰਦੇਸ਼ਾਂ ਕਾਰਨ ਪ੍ਰਮੁੱਖ ਸਕੱਤਰ ਵਿੱਤ ਜੀ ਵੱਲੋਂ ਇਸ ਸਾਰੇ ਮਾਮਲੇ ਤੇ ਪੁਨਰ ਵਿਚਾਰ ਕਰਨ ਹਿੱਤ 1 ਹਫ਼ਤੇ ਦਾ ਟਾਈਮ ਮੰਗਿਆ ਗਿਆ। ਇਸ ਤਰ੍ਹਾਂ ਹੁਣ ਇਸ ਕੇਸ ਵਿੱਚ ਅਗਲੀ ਤਾਰੀਖ 29/10/2024 ਨਿਸ਼ਚਿਤ ਕੀਤੀ ਗਈ ਹੈ ਜੋ ਕਿ ਅਰਜੈਂਟ ਕੇਸਾਂ ਦੀ ਲਿਸਟ ਵਿੱਚ ਦਰਜ ਕੀਤੀ ਗਈ ਹੈ। ਪ੍ਰਮੁੱਖ ਸਕੱਤਰ ਵਿੱਤ ਜੀ ਵੱਲੋਂ ਦਿੱਤੇ ਗਏ ਇਸ ਐਫੀਡੇਵਿਟ ਅਤੇ ਸਰਕਾਰ ਦੇ ਇਸ ਰਵੱਈਏ ਤੋਂ ਜਾਪਦਾ ਹੈ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਇੱਕ ਭੱਦਾ ਮਜ਼ਾਕ ਕੀਤਾ ਜਾਂਦਾ ਹੈ। ਮਾਨਯੋਗ ਹਾਈ ਕੋਰਟ ਦੇ ਇਸ ਫੈਸਲੇ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਬਜ਼ੁਰਗ ਪੈਨਸ਼ਨਰਾਂ ਦਾ ਦਰਦ ਕੋਰਟ ਨੂੰ ਤਾਂ ਨਜ਼ਰ ਆ ਗਿਆ ਪਰ ਬਜ਼ੁਰਗਾਂ ਦਾ ਮਾਣ ਕਹਿਲਾਉਣ ਵਾਲੀ ਭਗਵੰਤ ਮਾਨ ਸਰਕਾਰ ਨੂੰ ਨਜ਼ਰ ਨਹੀਂ ਆਇਆ, ਕਿਉਂਕਿ 1/1/16 ਤੋਂ ਬਾਅਦ ਲਗਭਗ 40,000 ਪੈਨਸ਼ਨਰ ਇਸ ਬਕਾਏ ਦੀ ਆਸ ਵਿੱਚ ਰੱਬ ਨੂੰ ਪਿਆਰੇ ਹੋ ਗਏ। ਇਸ ਲਈ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ 1/1/16 ਤੋਂ 30/6/21 ਤੱਕ ਦਾ ਬਕਾਇਆ 1/1/2026 ਤੋਂ ਨਵਾਂ ਪੇ ਕਮਿਸ਼ਨ ਲਾਗੂ ਹੋਣ ਤੋਂ ਪਹਿਲਾਂ ਭਾਵ 31/12/2025 ਤੱਕ 6ਵੇਂ ਤੇ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਸਹੀ ਢੰਗ ਨਾਲ ਲਾਗੂ ਕਰਕੇ ਇਸ ਦਾ ਬਕਾਇਆ ਤੁਰੰਤ ਅਦਾ ਕੀਤਾ ਜਾਵੇ। ਅੱਜ ਦੇ ਲਈ ਬਸ ਇੰਨਾ ਹੀ। ਫਿਰ ਰੂਬਰੂ ਹੋਵਾਂਗੇ ਕਿਸੇ ਹੋਰ ਅਪਡੇਟ ਨਾਲ। ਧੰਨਵਾਦ ਸਾਥੀਓ। ਜੈ ਹਿੰਦ। ਨਮਸਕਾਰ।